ਸਵਾਗਤ ਹੈ ਆਪ ਸਭ ਦਾ ਫੋਕਸ ਪੰਜਾਬੀ ਪ੍ਰੋਗਰਾਮ ਦੇ ਵਿੱਚ। ਅੱਜ ਇਸ ਪ੍ਰੋਗਰਾਮ ਦੇ ਤਿੰਨੋਂ ਸੈਗਮੈਂਟ ਵਿੱਚ ਅਸੀਂ ਵਿਚਾਰ ਚਰਚਾ ਕਰਾਂਗੇ। ਵਿਚਾਰ ਚਰਚਾ ਕਰਨ ਲਈ ਸਾਡੇ ਨਾਲ ਜੁੜ ਰਹੇ ਨੇ ਨਰੇਸ਼ ਭਾਰਦਵਾਜ ਜੀ। ਨਰੇਸ਼ ਜੀ, ਸਵਾਗਤ ਹੈ ਆਪ ਜੀ ਦਾ ਪ੍ਰੋਗਰਾਮ ਸ਼ਾਮਲ ਹੋਣ ਲਈ ਸਰ। ਥੈਂਕ ਯੂ ਵਿਸ਼ੋਦ ਸਾਹਿਬ। ਨਰੇਸ਼ ਜੀ, ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਕਿ ਜਿਹੜਾ ਪੇਪਰ ਹੈਲਥ ਕਾਰਡ ਹੈ ਇਸ ਨੂੰ ਰਿਪਲੇਸ ਕਰਨ ਦੇ ਬਾਰੇ ਹੁਣ ਵਿਚਾਰ ਕੀਤਾ ਜਾ ਰਿਹਾ ਹੈ ਅਲਬਰਟਾ ਸਰਕਾਰ ਦੇ ਵੱਲੋਂ। ਹੁਣ ਸਭ ਤੋਂ ਪਹਿਲਾਂ ਤਾਂ ਇਹ ਦੱਸੋ ਕਿ ਇਹ ਜੋ ਰਿਪਲੇਸ ਕਰਨ ਦੀ ਗੱਲ ਤੁਰੀ ਹੈ, ਕੀ ਕਾਰਨ ਹੈ, ਕਿਉਂ ਲੋੜ ਪੈ ਰਹੀ ਹੈ ਰਿਪਲੇਸ ਕਰਨ ਦੀ ਸਰ? ਵਿਸ਼ੋਦ ਸਾਹਿਬ, ਜੋ ਅਸੀਂ ਸਾਡਾ ਐਗਜ਼ਿਸਟਿੰਗ ਪੇਪਰ ਕਾਰਡ ਹੈ ਨਾ ਜੀ, ਇਹ 1969 ਜਦੋਂ ਤੋਂ ਇਨੀਸ਼ੀਏਟ ਹੋਇਆ ਨਾ, ਉਦੋਂ ਤੋਂ ਇਹ ਇੱਕ ਪੇਪਰ ਫਾਰਮ ਦੇ ਵਿੱਚ ਹੀ ਯੂਜ਼ ਕੀਤਾ ਜਾ ਰਿਹਾ। ਅੱਜ ਦੀ ਮਾਡਰਨ ਟੈਕਨੋਲੋਜੀਕਲ ਏਜ ਦੇ ਵਿੱਚ ਇੱਕ ਜਿਹੜਾ ਪੇਪਰ ਹੈ ਨਾ ਜੀ, ਨਾ ਉਹਦੇ 'ਤੇ ਤੁਹਾਡੇ ਕੋਈ ਐਕਸਪਾਇਰੀ ਡੇਟ ਆ, ਨਾ ਉਹਦੇ 'ਤੇ ਕੋਈ ਸਿਕਿਉਰਿਟੀ ਆ। ਉਹਦਾ ਜਿਹੜਾ ਅਬਿਊਜ਼ ਆ ਨਾ ਜੀ ਅੱਜ ਦੀ ਡੇਟ ਦੇ ਵਿੱਚ, ਉਹ ਕਾਫੀ ਜ਼ਿਆਦਾ ਹੁੰਦਾ। ਤੁਸੀਂ ਕਿਸੇ ਦਾ ਕਾਰਡ ਲੈ ਕੇ ਜੇ ਕੋਈ ਪ੍ਰੋਪਰਲੀ ਨਹੀਂ ਤੁਹਾਡਾ ਚੈੱਕ ਕਰਦਾ ਅਦਰ ਪੀਸ ਆਫ ID, ਉਹ ਕਾਰਡ ਦੀ ਕਾਫੀ ਅਬਿਊਜ਼ ਹੋ ਸਕਦਾ। ਸੋ ਗਵਰਨਮੈਂਟ ਕੀ ਟਰਾਈ ਕਰ ਰਹੀ ਆ ਵੀ ਅਗਰ ਤੁਸੀਂ ਇੱਕੋ ਹੀ ਕਾਰਡ ਜਿੱਥੇ ਪਿਕਚਰ ID ਹੋਵੇ, ਕਿਉਂਕਿ ਜਿੱਥੇ ਵੀ ਤੁਸੀਂ ਜਾਂਦੇ ਆ ਆਪਣੇ ਮੈਡੀਕਲ ਇੰਸਟੀਟਿਊਸ਼ਨ ਦੇ ਵਿੱਚ ਜਾਂ ਤੁਸੀਂ ਹਸਪੀਟਲ ਜਾਂਦੇ ਕਿਤੇ ਵੀ ਜਾਂਦੇ ਆ, ਉਹ ਇੱਕ ਤੁਹਾਡਾ ਪਹਿਲਾਂ ਕਹਿੰਦੇ ਆਪਣਾ ਹੈਲਥ ਕੇਅਰ ਕਾਰਡ ਦਿਖਾ ਲਓ, ਫਿਰ ਕਹਿੰਦੇ ਜੀ ਕੋਈ ਪਿਕਚਰ ID ਦਿਖਾ ਲਓ ਇਹਨੂੰ ਪ੍ਰੂਵ ਕਰਨ ਦੇ ਲਈ। ਸੋ ਗਵਰਨਮੈਂਟ ਦੀ ਥਿੰਕਿੰਗ ਹੈਗੀ ਆ ਵੀ ਤੁਹਾਨੂੰ ਮੋਰ ਜਿਹੜਾ ਸਾਡਾ ਅਲਬਰਟਾ ਦਾ ਡਰਾਈਵਰ ਲਾਇਸੈਂਸ ਹੈ ਨਾ ਜੀ, ਇਟ ਇਜ਼ ਪ੍ਰੋਬਬਲੀ ਸਾਰੀ ਕੈਨੇਡਾ ਦੇ ਵਿੱਚੋਂ ਮੈਨੂੰ ਲੱਗਦਾ ਸਾਰਿਆਂ ਨੂੰ ਸਿਕਿਉਰ ਪੀਸ ਆਫ ID ਆ। ਤੇ ਡਰਾਈਵਰ ਲਾਇਸੈਂਸ ਹੋਇਆ, ਲਰਨਰਸ ਲਾਇਸੈਂਸ ਹੋਇਆ, ਤੁਹਾਡੀ ID ਕਾਰਡ ਹੋਇਆ ਜਿਹੜਾ ਅਲਬਰਟਾ ID ਕਾਰਡ ਆ, ਵੈਰੀ ਸਿਕਿਉਰ। ਅਗਰ ਆਪਾਂ ਇਹਨੂੰ ਉਹਦੇ ਨਾਲ ਇਨਕਲੂਡ ਕਰ ਦਈਏ ਨਾ ਜੀ, ਇਹਦੇ ਨਾਲ ਕਈ ਹੋਰ ਜਿਹੜੀਆਂ ਪ੍ਰੋਬਲਮਸ ਹੈਗੀਆਂ ਉਹ ਸਪੈਸ਼ਲੀ ਇਨ ਟਰਮਸ ਆਫ ਫਰਾਡ ਦੀਆਂ ਹੈਗੀਆਂ, ਉਹ ਰਿਜ਼ੋਲਵ ਹੋ ਜਾਣਗੀਆਂ। ਕਿਉਂਕਿ ਹੁੰਦਾ ਕੀ ਆ, ਜਦੋਂ ਤੁਸੀਂ ਕੈਨੇਡਾ ਦੇ ਵਿੱਚ ਨਵੀਂ ਲੈਂਡ ਹੁੰਦੇ ਆ, ਤੁਹਾਨੂੰ PR ਕਾਰਡ ਤੁਹਾਡੇ ਕੋਲ ਹੁੰਦਾ, ਤੁਸੀਂ ਜਾਂਦੇ ਆ, ਤੁਸੀਂ ਅਪਲਾਈ ਕਰਦੇ ਆ ਐਜ਼ ਅ ਕੰਜ਼ਿਊਮਰ ਦਾ, ਤੁਹਾਨੂੰ ਕੋਈ ਉਹਦੀ ਕਾਸਟ ਨਹੀਂ ਆਉਂਦੀ। ਓਬਵੀਅਸਲੀ ਜਦੋਂ ਤੁਹਾਨੂੰ ਇੱਕ ਵਾਰੀ ਕਾਰਡ ਮਿਲ ਜਾਂਦਾ, ਉਹ ਤੁਹਾਡੇ ਕੋਲ ਕਾਰਡ ਫਿਰ ਸਾਰੀ ਉਮਰ ਉਹੀ ਕਾਰਡ ਚੱਲਦਾ ਰਹਿੰਦਾ, ਅਨਲੈਸ ਤੁਹਾਡਾ PR ਹਰ 3 ਸਾਲ ਮਗਰੋਂ ਐਕਸਪਾਇਰ ਹੋ ਜਾਂਦਾ। ਐਟ ਦੈਟ ਪੁਆਇੰਟ ਤੁਹਾਨੂੰ ਨਵਾਂ PR ਕਾਰਡ ਲੈ ਕੇ ਜਾ ਕੇ ਉਹਨੂੰ ਫਿਰ ਤੁਹਾਡੀ ਜਿਹੜੀ ਸਾਰੀ ਕਰੰਟ ਇਨਫੋਰਮੇਸ਼ਨ ਆ ਉਹਨੂੰ ਫਿਰ ਤੁਹਾਨੂੰ ਅਪਗ੍ਰੇਡ ਕਰਾਉਣਾ ਪੈਂਦਾ। ਸੋ ਨਵੇਂ ਕਾਰਡ ਦਾ ਬਿਗੇਸਟ ਐਡਵਾਂਟੇਜ ਹੋਏਗਾ ਕਿ ਜੀ ਇੱਕ ਪੀਸ ਆਫ ਤੁਹਾਡੇ ਕੋਲ ਇੱਕ ਤੁਹਾਡੇ ਕੋਲ ID ਹੈਗੀ ਆ, ਜਿਹੜੀਆਂ ਕਿ ਨੰਬਰ ਆਫ ਡਿਫਰੈਂਟ IDs ਨੂੰ ਉਹ ਕੈਰੀ ਕਰਦੀ ਆ। ਤੁਹਾਨੂੰ ਘੜੀ ਕਰਨ ਦੀ ਲੋੜ ਨਹੀਂ ਹੈ ਜੀ। ਤੁਸੀਂ ਇਹ ਦੱਸਿਆ ਕਿ ਰਿਪਲੇਸ ਕਰਨ ਦੇ ਮਾਮਲੇ ਨੂੰ ਲੈ ਕੇ ਹੁਣ ਇਸ ਵਿੱਚ ਕੋਈ ਸ਼ੱਕ ਨਹੀਂ, ਜਿਹੜਾ ਇਸ ਵੇਲੇ ਅਲਬਰਟਾ ਦਾ ਹੈਲਥ ਕਾਰਡ ਹੈ ਉਸ ਦੇ 'ਚ ਕੋਈ ਫੋਟੋ ID ਨਹੀਂ, ਮੇਅਰਲੀ ਇੱਕ ਪੇਪਰ ਦਾ ਪੀਸ ਹੈਗਾ ਅਤੇ ਇਸ ਦੀ ਕੋਈ ਐਕਸਪਾਇਰੀ ਡੇਟ ਵੀ ਨਹੀਂ ਹੈਗੀ। ਇੱਕ ਵਾਰੀ ਬਣ ਗਿਆ ਅਤੇ ਸਾਰੀ ਉਮਰ ਉਹੀ ਚੱਲਦਾ ਰਹਿੰਦਾ ਹੈਗਾ। ਅਤੇ ਈਵਨ ਕੋਈ ਦੂਜੇ ਪ੍ਰੋਵਿੰਸ ਵੀ ਜਾਂਦਾ ਹੈਗਾ, ਉਹ ਵੀ ਪਤਾ ਨਹੀਂ ਲੱਗਦਾ ਹੈਗਾ, ਨਾਲ ਚੱਕੀ ਫਿਰਦੇ ਆ ਉਹਨੂੰ ਨਾ ਉਸੇ ਤਰ੍ਹਾਂ। ਬਿਲਕੁਲ। ਸੌਰੀ ਗੋ ਅਹੈਡ। ਹਾਂਜੀ, ਸੋ ਮੇਰਾ ਹੁਣ ਸਵਾਲ ਇਹ ਆ ਆਪ ਨੂੰ ਕਿ ਅਗਰ ਰਿਪਲੇਸਮੈਂਟ ਕੀਤੀ ਜਾ ਰਹੀ, ਇਹਦੇ 'ਚ ਕੀ ਐਡੀਸ਼ਨ ਕਰਨ ਬਾਰੇ ਸਰਕਾਰ ਸੋਚ ਰਹੀ ਹੈ ਹੈਲਥ ਕਾਰਡ ਦੇ ਵਿੱਚ ਜੀ? ਦੇਖੋ, ਆਈ ਡੋਂਟ ਥਿੰਕ ਵੀ ਇਹਦੇ 'ਚ ਕੋਈ ਐਡੀਸ਼ਨ ਹੋਏਗੀ ਵਿਸ਼ੋਦ ਸਾਹਿਬ, ਕਿਉਂਕਿ ਮੈਨੂੰ ਸਰਕਾਰ ਦੀ ਸੋਚ ਕੀ ਹੈਗੀ ਆ ਉਹ ਤਾਂ ਉਹਨਾਂ ਨੂੰ ਸਰਕਾਰ ਨੂੰ ਹੀ ਪਤਾ। ਪਰ ਜੇ ਅਗਰ ਆਪਾਂ ਸਿੰਪਲੀ ਲੈ ਕੇ ਚੱਲਦੇ ਨਾ ਜੀ, ਜੋ ਸਰਕਾਰ ਨੇ ਪ੍ਰੋਮਿਸ ਕੀਤਾ ਸੀ 2019 ਦੇ ਆਪਣੀ ਕੈਂਪੇਨ ਦੇ ਦੌਰਾਨ ਵੀ ਅਸੀਂ ਇਸ ਹੈਲਥ ਕਾਰਡ ਨੂੰ ਕਿਸੇ ਪਰਮਾਨੈਂਟ ਕਾਰਡ ਦੇ ਨਾਲ ਰਿਪਲੇਸ ਕਰਾਂਗੇ, ਤੇ ਇਹ ਉਹਨਾਂ ਦਾ ਇੱਕ ਪਰਮਾਨੈਂਟ ਕਾਰਡ ਦੇ ਨਾਲ ਜਿਹੜਾ ਕਿ ਮੱਚ ਮੋਰ ਸਿਕਿਉਰ ਪਰਮਾਨੈਂਟ ਤੁਹਾਡਾ ਕਾਰਡ ਹੈਗਾ, ਜਿਹੜਾ ਕਿ ਤੁਹਾਡੇ ਵਾਲਟ ਦੇ ਵਿੱਚ ਅਗਰ ਤੁਸੀਂ ਡਰਾਈਵ ਕਰਦੇ ਆ, ਕਿਉਂਕਿ ਹਰ ਅਲਬਰਟਨ ਦੇ ਕੋਲ ਇੱਕ ਜਿਹੜੀ ਅਲਬਰਟਾ ID ਕਾਰਡ ਆ ਉਹ ਜ਼ਰੂਰੀ ਆ, ਰਾਈਟ? ਸੋ ਉਹ ਤੁਹਾਡੇ ਕੋਲ ਇੱਕ ਉਹ ਕਾਰਡ ਹੋਏਗਾ ਜਿਹਦੇ ਨਾਲ ਤੁਸੀਂ ਉਹ ਸਾਰਾ ਕੁਛ ਹੀ ਉਹਨੂੰ ਤੁਸੀਂ ਕੈਰੀ ਕਰੋਗੇ। ਮੇਰੇ ਹਿਸਾਬ ਦੇ ਨਾਲ ਇਹ ਸਿਕਿਉਰ ਸਿਸਟਮ ਆ, ਬੈਟਰ ਸਿਸਟਮ ਆ, ਔਰ ਇੱਕ ਪੀਸ ਆਫ ID ਦੇ ਨਾਲ ਤੁਹਾਡੇ ਨੰਬਰ ਆਫ ਡਿਫਰੈਂਟ ਜਿਹੜੀਆਂ ਇਸ਼ੂਜ਼ ਹੈਗੀਆਂ, ਚੀਜ਼ਾਂ ਹੈਗੀਆਂ, ਉਹ ਕਵਰ ਹੁੰਦੀਆਂ। ਸੋ ਹੁਣ 3 ਵੱਖੋ ਵੱਖਰੇ ਪੀਸ ਨਹੀਂ ਚੱਕਣੇ ਪੈਣਗੇ, ਹੈਲਥ ਕਾਰਡ, ਲਾਇਸੈਂਸ ਹੈਗਾ ਉਸ ਦੇ 'ਚ, ਐਂਡ ਵਾਟ ਐਲਸ? ਵੈਲ ਇਸ ਵੇਲੇ ਤਾਂ ਜੀ ਜੋ ਅੰਡਰਸਟੈਂਡਿੰਗ ਹੈਗੀ ਆ, ਜੋ ਅਸੀਂ ਦੇਖ ਰਹੇ ਹਾਂ, ਜੋ ਇਹਨਾਂ ਨੇ ਬਜਟ ਦੇ ਵਿੱਚ ਐਲੋਕੇਟ ਕੀਤਾ ਨਾ ਜੀ, ਅਪਰੋਕਸੀਮੇਟਲੀ $600,000 ਇਹਨਾਂ ਨੇ ਐਲੋਕੇਟ ਕੀਤਾ ਇਹਨੂੰ ਕਰਨ ਦੇ ਲਈ। ਜਿਹੜੀ ਅਨਕਲੀਅਰ ਚੀਜ਼ ਆ ਇਸ ਵੇਲੇ ਉਹ ਇਹ ਆ
ਵੀ ਜਿੱਦਾਂ ਹੁਣ ਇੱਕ ਤੁਸੀਂ ਅਲਬਰਟਾ ਆਈਡੀ ਬਣਾਉਣੇ ਆ ਜਾਂ ਤੁਹਾਡਾ ਡਰਾਈਵਰ ਲਾਇਸੈਂਸ ਆ 5 ਸਾਲ ਮਗਰੋਂ ਐਕਸਪਾਇਰ ਹੁੰਦਾ 5 ਸਾਲ ਦੇ ਮਗਰੋਂ ਜੇ ਅਗਰ ਐਕਸਪਾਇਰ ਹੁੰਦਾ ਵੀ ਤੁਹਾਡਾ ਜਿਹੜਾ ਪੇਪਰ ਕਾਰਡ ਆ ਉਹ 5 ਸਾਲ ਤੋਂ ਬਾਅਦ ਉਹਨੂੰ ਗੈਟ ਰਿਡ ਕਰਨਗੇ ਕਿਉਂਕਿ ਅਗਰ ਉਹਨਾਂ ਨੇ ਨਵਾਂ ਪ੍ਰੋਗਰਾਮ ਲੈ ਕੇ ਆਂਦਾ ਵੀ ਸਾਰੇ ਅਲਬਰਟਨਸ ਨੂੰ ਕਾਲ ਇਟ 4.5 ਮਿਲੀਅਨ ਅਲਬਰਟਨਸ ਨੇ ਨਵਾਂ ਕਾਰਡ ਲੈਣਾ ਜਾਂ ਪੀਪਲ ਜਿਹੜੇ ਓਵਰ ਦੀ ਏਜ ਆਫ 16 ਜਿਨ੍ਹਾਂ ਦੇ ਕੋਲ ਅਲਬਰਟਾ ਆਈਡੀਜ਼ ਹੁੰਦੀਆਂ ਤੇ ਉਹਨਾਂ ਦੀ ਕਾਸਟ ਤਾਂ 600 ਮਿਲੀਅਨ 600,000 ਨਾਲ ਕਿਤੇ ਜ਼ਿਆਦਾ ਹੋਣੀ ਆ ਦੈਟਸ ਨੰਬਰ 1 ਸੈਕੰਡਲੀ ਇਹਨਾਂ ਦੇ ਜਿਹਨਾਂ ਦੇ ਕੋਲ ਹੱਲੇ ਮਾਈਨਰਸ ਹੈਗੇ ਆ ਬਲੋ ਦੀ ਏਜ ਆਫ 16 ਜਿਨ੍ਹਾਂ ਦੇ ਕੋਲ ਆਪਣੇ ਲਰਨਰ ਲਾਇਸੈਂਸਿਸ ਵੀ ਨਹੀਂ ਹੈਗੇ ਉਹਨਾਂ ਨੂੰ ਇਹ ਕੀ ਉਹਨਾਂ ਲਈ ਪ੍ਰੋਵੀਜ਼ਨ ਹੈਗਾ ਮੈਨੂੰ ਨਹੀਂ ਲੱਗਦਾ ਵੀ ਹੱਲੇ ਗਵਰਨਮੈਂਟ ਉੱਥੇ ਕੁਆਇਟ ਕਲੀਅਰ ਹੈਗੀ ਆ ਵੀ ਉਹਨਾਂ ਨੂੰ ਕੀ ਹੈਗਾ ਕਿਉਂਕਿ ਮੋਸਟਲੀ ਜਿਹੜੇ ਡਿਪੈਂਡੈਂਟ ਚਿਲਡਰਨ ਹੈਗੇ ਆ ਉਹ ਆਪਣੇ ਪੇਰੈਂਟਸ ਦੇ ਹੈਲਥ ਕਾਰਡ ਦੇ ਉੱਪਰ ਹੀ ਕਵਰਡ ਹੁੰਦੇ ਆ ਸੋ ਇੱਕ ਪੀਸ ਜਿਹੜੀ ਆਈਡੀ ਆ ਪੂਰਾ ਸਾਰਿਆਂ ਬੱਚਿਆਂ ਦੇ ਨਾਂ ਉਸੇ ਪੀਸ ਆਫ ਆਈਡੀ ਦੇ ਲਿਖੇ ਹੁੰਦੇ ਆ ਸੋ ਜਿਹੜਾ ਬੱਚਿਆਂ ਦੇ ਕੋਲ ਇੱਕ ਆਈਡੀ ਹੈਗੀ ਆ ਪ੍ਰੋਪਰ ਉਹ ਤੁਸੀਂ ਆਪਣੇ ਵੈਲ ਐਂਡ ਗੁੱਡ ਤੁਸੀਂ ਕਰ ਸਕਦੇ ਆ ਇੰਡੀਪੈਂਡੈਂਟ ਆ ਤੁਸੀਂ ਕਰ ਸਕਦੇ ਆ ਜਿਹੜੇ ਪੇਰੈਂਟਸ ਨਾਲ ਡਿਪੈਂਡੈਂਟ ਆ ਜਾਂ ਜਿਹਨਾਂ ਦੀ ਆਪਣੀਆਂ ਹਲੇ ਆਈਡੀਜ਼ ਨਹੀਂ ਹੈਗੀਆਂ ਉਹਨਾਂ ਲਈ ਗਵਰਨਮੈਂਟ ਕੀ ਕਰ ਰਹੀ ਆ ਉਹਨਾਂ ਨੂੰ ਮੈਨੂੰ ਨਹੀਂ ਲੱਗਦਾ ਵੀ ਹਲੇ ਗਵਰਨਮੈਂਟ ਦੀ ਉਹਦੇ ਉੱਤੇ ਕੋਈ ਕਲੈਰਿਟੀ ਹੈਗੀ ਹੁਣ ਜਿਸ ਤਰ੍ਹਾਂ ਵਿਰੋਧੀ ਧਿਰ ਕਹਿ ਰਹੀ ਹੈ ਕਿ ਇਹ ਸਹੀ ਟਾਈਮ ਨਹੀਂ ਹੈਗਾ ਐਕਸਟਰਾ ਐਕਸਪੈਂਡੀਚਰ ਕਰਨ ਦਾ ਹੁਣ ਤੁਸੀਂ 6 ਲੱਖ ਦੇ ਕਰੀਬ ਟੋਟਲ ਇਹਨਾਂ ਦਾ ਐਸਟੀਮੇਟ ਹੈਗਾ ਖਰਚਾ ਆਏਗਾ ਇਸ 'ਤੇ ਕੀ ਅਜਿਹੇ ਸਥਿਤੀ ਜਦੋਂ ਕਿ ਆਲਰੇਡੀ ਅਲਬਰਟਾ ਆਰਥਿਕ ਸੰਕਟ ਹੇਠ ਹੈ ਇਸ ਤੋਂ ਫਿਲਹਾਲ ਅਵਾਇਡ ਕੀਤਾ ਜਾ ਸਕਦਾ ਹੈ ਵਿਰੋਧੀ ਧਿਰ ਤਾਂ ਇਹ ਕਹਿ ਰਹੀ ਹੈ ਹਾਲਾਂਕਿ NDP ਇਹ ਵੀ ਕਹਿ ਰਹੀ ਹੈ ਕਿ ਉਹਨਾਂ ਨੇ ਵੀ ਸੋਚੀ ਸੀਗੀ ਆਪਣੇ ਕਾਰਜਕਾਲ ਦੇ ਵੇਲੇ ਲੇਕਿਨ ਉਦੋਂ ਨਹੀਂ ਕਰ ਸਕੇ ਲੇਕਿਨ ਉਹਨਾਂ ਦਾ ਕਹਿਣਾ ਵੀ ਜਿਹੜਾ ਇਹ ਵੇਲਾ ਹੈ ਜਦੋਂ ਕਿ ਅਲਬਰਟਾ ਆਰਥਿਕ ਸੰਕਟ ਹੇਠ ਹੈ ਅਜਿਹੇ ਐਕਸਪੈਂਡੀਚਰ ਤੋਂ ਅਵਾਇਡ ਕੀਤਾ ਜਾਣਾ ਚਾਹੀਦਾ ਕੀ ਕਹਿਣਾ ਤੁਹਾਡਾ ਇਸ ਦੇਖੋ ਜੋ ਮੇਰੀ ਰੀਕਾਲ ਕਰਦਾ ਜੀ ਮੈਮਰੀ ਤੋਂ ਮੈਂ ਮੇਰਾ ਖਿਆਲ ਸੈਰਾ ਹਾਫਮੈਨ ਨੇ ਨਾ ਇੱਕ ਟਾਈਮ ਤੇ ਉਹ ਵੀ ਇਹਨੂੰ ਐਕਸਪਲੋਰ ਕਰ ਰਹੀ ਸੀ ਜੀ ਦੇਖੋ ਜਿਹੜੀ ਆਪੋਜੀਸ਼ਨ ਦੀ ਜੌਬ ਆ ਨਾ ਉਹ ਤਾਂ ਹੈਗਾ ਆ ਬਈ ਤੁਸੀਂ ਕ੍ਰਿਟਿਸਾਈਜ਼ ਗਵਰਨਮੈਂਟ ਦੀ ਚੰਗੀ ਚੀਜ਼ ਨੂੰ ਵੀ ਕਰਨਾ ਮਾੜੀ ਚੀਜ਼ ਨੂੰ ਤਾਂ ਤੁਸੀਂ ਕਰਨਾ ਹੀ ਕਰਨਾ ਰਾਈਟ ਸੋ ਇਹਦਾ ਨੈਟ ਬੈਨੀਫਿਟ ਇਸ ਟਾਈਮ ਤੇ ਕੀ ਹੋ ਸਕਦਾ ਮੈਨੂੰ ਲੱਗਦਾ ਵੀ ਅਗਰ ਤੁਸੀਂ ਕਿਸੇ ਵੀ ਜਦੋਂ ਤੁਸੀਂ ਨਾ ਜੀ ਟੈਕਨੋਲੋਜੀ ਨੂੰ ਐਡਵਾਂਸ ਕਰਦੇ ਆ ਨਾ ਅਲਟੀਮੇਟਲੀ ਤੁਸੀਂ ਮਨੀ ਸੇਵ ਕਰਦੇ ਜਦੋਂ ਕਾਲ ਇਟ ਵੀ ਜੇ ਅਗਰ ਇਹਦੇ ਵਿੱਚ ਫਰਾਡ ਹੋ ਰਿਹਾ ਤੁਸੀਂ ਕਿਸੇ ਦਾ ਲੈ ਕੇ ਆਈਡੀਜ਼ ਕਿਤੇ ਹੋਰ ਯੂਜ਼ ਹੋ ਰਹੀਆਂ ਉਹਨੂੰ ਅਗਰ ਤੁਸੀਂ ਮਿਨੀਮਾਈਜ਼ ਕਰ ਰਹੇ ਹੋ ਅਗਰ ਤੁਸੀਂ ਐਕਚੁਅਲ ਡੇਟਾ ਦੇਖਦੇ ਆ ਨਾ ਜੀ ਜਿਹੜਾ ਹੈਲਥ ਕੇਅਰ ਸਿਸਟਮ ਐਜ਼ ਅ ਹੋਲ ਦੇ ਵਿੱਚ ਕਿੰਨਾ ਜ਼ਿਆਦਾ ਅਬਿਊਜ਼ ਹੋ ਰਿਹਾ ਔਰ ਕਿੰਨੀ ਜ਼ਿਆਦਾ ਕਈ ਬੰਦਿਆਂ ਨੂੰ ਵਿਚਾਰਿਆਂ ਨੂੰ ਮਰਿਆਂ ਨੂੰ ਵੀ ਐਕਸਪਾਇਰ ਹੋਇਆਂ ਨੂੰ ਵੀ ਸਾਲੋ ਸਾਲ ਹੋ ਗਿਆ ਉਹ ਵੀ ਹੱਲੇ ਉਹਨਾਂ ਦੇ ਵੀ ਹੈਲਥ ਕੇਅਰ ਪੇ ਹੋ ਰਹੇ ਆ ਕਿੱਥੋਂ ਆ ਰਹੇ ਆ ਕੀ ਹੋ ਰਿਹਾ ਜਦੋਂ ਤੁਸੀਂ ਪੂਰਾ ਪੈਕੇਜ ਖੋਲ ਕੇ ਦੇਖਦੇ ਆ ਨਾ ਜੀ ਇਹਦੇ ਵਿੱਚ ਮੈਨੂੰ ਲੱਗਦਾ ਕਿਉਂਕਿ ਮੈਂ ਟਾਈਮ ਥੋੜਾ ਸਪੈਂਡ ਕੀਤਾ ਐਸੋਸੀਏਟ ਮਿਨਿਸਟਰ ਆਫ ਹੈਲਥ ਐਜ਼ ਵੈਲ ਕਿਉਂਕਿ ਇਨਸ ਐਂਡ ਆਊਟਸ ਨਹੀਂ ਮੈਨੂੰ ਪਤਾ ਜੋ ਮੇਰੀ ਰੀਕਲੈਕਸ਼ਨ ਹੈਗੀ ਆ 5-6 ਸਾਲ ਤੋਂ ਬਾਅਦ ਉਹ ਇਹ ਆ ਵੀ ਇਹ ਜਿਹੜਾ ਸਿਸਟਮ ਦਾ ਹਿਊਜ ਇਹਦੇ ਵਿੱਚ ਅਬਿਊਜ਼ ਆ ਹੁਣ ਮੈਨੂੰ ਐਗਜ਼ੈਕਟ ਪਰਸੈਂਟੇਜ ਚੇਤਾ ਭੁੱਲ ਗਿਆ ਜਿਹੜਾ ਕਿ ਮੈਨੂੰ ਯਾਦ ਸੀਗਾ ਇੱਕ ਟਾਈਮ ਦੇ ਉੱਤੇ ਉਹਦੇ ਚ ਕੀ ਆ ਵੀ ਮੇਰੇ ਹਿਸਾਬ ਦੇ ਨਾਲ ਇਹਦੀ ਜਿਹੜੀ ਹੈਗੀ ਹੈ ਨਾ ਜੀ ਅਗਰ ਤੁਸੀਂ ਕੁਐਸਚਨ ਕਰੋਗੇ ਮਿਨਿਸਟਰ ਆਫ ਹੈਲਥ ਨੂੰ ਵੀ ਤੁਹਾਡੇ ਸਿਸਟਮ ਦੇ ਵਿੱਚ ਸਿਸਟਮ ਦਾ ਅਬਿਊਜ਼ ਕਿੰਨੇ ਬੰਦੇ ਐਕਸਪਾਇਰ ਹੋਏ ਹੋ ਆ ਜਿਹੜਾ ਹੈਲਥ ਕੇਅਰ ਸਿਸਟਮ ਆ ਹੱਲੇ ਵੀ ਐਕਟਿਵ ਹੈਗਾ ਇਹਦਾ ਬਿਗੇਸਟ ਐਡਵਾਂਟੇਜ ਹੋ ਗਿਆ ਵੀ ਜਿਹੜੇ ਬੰਦੇ ਐਕਸਪਾਇਰ ਹੋ ਗਏ ਉਹਨਾਂ ਦਾ ਲਾਇਸੈਂਸ ਤੁਸੀਂ ਸਾਰਾ ਕੁਝ ਸਰੈਂਡਰ ਕਰ ਦਿੱਤਾ ਇੰਸਟੈਂਟਲੀ ਉਹਨਾਂ ਦਾ ਹੈਲਥ ਕੇਅਰ ਕਾਰਡ ਵਗੈਰਾ ਸਭ ਕੁਝ ਸਰੈਂਡਰ ਹੋ ਜਾਏਗਾ ਅਦਰਵਾਈਜ਼ ਹਰ ਇੱਕ ਜਿਹੜਾ ਗਵਰਨਮੈਂਟ ਦਾ ਸਿਸਟਮ ਹੈ ਨਾ ਜੀ ਉਹ ਇੱਕ ਦੂਜੇ ਨਾਲ ਕਨੈਕਟ ਨਹੀਂ ਕਰਦਾ ਅਗਰ ਤੁਸੀਂ ਕਿਸੇ ਦਾ ਹੁਣ ਲਾਇਸੈਂਸ ਸਰੈਂਡਰ ਕਰ ਦਿੱਤਾ ਵੀ ਬੰਦਾ ਐਕਸਪਾਇਰ ਹੋ ਗਿਆ ਉਹਦਾ ਸਾਰਾ ਕੁਝ ਹੀ ਜਿਹੜਾ ਉਸ ਰੈਲੇਵੈਂਟ ਹੈਗਾ ਉਹ ਸਰੈਂਡਰ ਹੋ ਜਾਏਗਾ ਆਈ ਥਿੰਕ ਜਿਹੜੇ ਜਦੋਂ ਅਸੀਂ ਪ੍ਰੋਸੈਸਸ ਨੂੰ ਸਟ੍ਰੀਮਲਾਈਨ ਕਰਨਾ ਸ਼ੁਰੂ ਕਰ ਦਿੰਦੇ ਆ ਨਾ ਜੀ ਅਲਟੀਮੇਟਲੀ ਉਹਦਾ ਨੈਟ ਗੇਨ ਹੀ ਹੁੰਦਾ ਯੈਸ ਅੱਜ ਦੀ ਡੇਟ ਦੇ ਵਿੱਚ ਭਾਵੇਂ ਇਹਦੀ ਕਾਸਟ ਆ ਰਹੀ ਆ ਪਰ ਇਨ ਦਾ ਲੌਂਗਰ ਰਨ ਇਟਸ ਅ ਹਿਊਜ ਬੈਨੀਫਿਟ ਜੀ ਸੋ ਦੋਸਤੋ ਇਹ ਸੀ ਪਹਿਲੇ ਸੈਗਮੈਂਟ ਦਾ ਵਿਚਾਰ ਚਰਚਾ ਤੇ ਹੁਣ ਕਮਰਸ਼ੀਅਲ ਬ੍ਰੇਕ ਲੈਂਦੇ ਆ ਉਸ ਤੋਂ ਬਾਅਦ ਅਗਲੇ ਟੌਪਿਕ ਤੇ ਵਿਚਾਰ ਚਰਚਾ ਲਈ ਮੁੜ ਵਾਪਸ ਆਉਂਦੇ ਆ ਗੱਲਬਾਤ ਚੱਲ ਰਹੀ ਹੈ ਨਰੇਸ਼ ਭਾਰਤਵਾਜ ਜੀ ਨਾਲ ਜੋ ਵੱਖ-ਵੱਖ ਟੌਪਿਕਸ ਦੇ ਬਾਰੇ ਵਿਚਾਰ ਚਰਚਾ ਲਈ ਸਾਡੇ ਨਾਲ ਜੁੜੇ ਹੋਏ ਨੇ ਨਰੇਸ਼ ਜੀ ਹੁਣ ਗੱਲਬਾਤ ਨੂੰ ਅੱਗੇ ਤੋਰਦੇ ਹੋਏ ਇਸ ਵੇਲੇ ਜੋ
ਭਖਦਾ ਮਸਲਾ ਅਲਬਰਟਾ ਦੇ ਵਿੱਚ ਤੇ ਅਲਬਰਟਨਸ ਦੇ ਵਿੱਚ, ਤੇ ਉਹ ਹੈ PST ਦਾ ਮਾਮਲਾ। ਮੈਂ ਤਕਰੀਬਨ 15 ਕੁ ਦਿਨ ਪਹਿਲਾਂ, ਬਜਟ ਤੋਂ ਪਹਿਲਾਂ, ਪ੍ਰੀਮੀਅਰ ਜੇਸਨ ਕੈਨੀ ਨਾਲ ਐਕਸਕਲੂਸਿਵ ਇੰਟਰਵਿਊ ਕੀਤੀ ਸੀ। ਉਦੋਂ ਮੈਂ ਪੁੱਛਿਆ ਸੀ ਇਹਨਾਂ ਨੂੰ ਕਿ PST ਲਾਗੂ ਕਰੋਗੇ ਜਾਂ ਨਹੀਂ, ਅਤੇ ਉਦੋਂ ਗੱਲ ਗੋਲ-ਮੋਲ ਕੀਤੀ ਸੀ। ਕਹਿੰਦੇ ਵੀ ਫਿਲਹਾਲ ਨਹੀਂ, ਅਸੀਂ ਅਲਬਰਟਾ ਦੇ ਲੋਕਾਂ 'ਤੇ ਬੋਝ ਨਹੀਂ ਪਾਉਣਾ ਚਾਹੁੰਦਾ, ਲੇਕਿਨ ਉਹਨਾਂ ਦੀ ਗੱਲ ਤੋਂ ਇਲਾਵਾ ਸੀ ਲੇਟਰ ਸਟੇਜ ਦੇ ਮੇ ਇੰਟਰੋਡਿਊਸ ਇਟ। ਹੁਣ ਮੇਰਾ ਸਵਾਲ ਤੁਹਾਨੂੰ ਇਹ ਹੈ ਕਿ PST ਲਾਗੂ ਕਰਨ ਦੇ ਲਈ ਕੀ ਰੈਫਰੈਂਡਮ ਜ਼ਰੂਰੀ ਹੈ? ਇਲੈਕਟੋਰਲ ਰਿਫਾਰਮ ਹੈ ਉਹ ਕਰਾਉਣਾ ਪਏਗਾ ਜਾਂ ਨਹੀਂ? ਨਹੀਂ ਜੀ, ਬਿਲਕੁਲ ਕੋਈ ਆਈ ਡੋਂਟ ਥਿੰਕ ਇਹ ਮੈਂਡੇਟਰੀ ਹੈਗਾ, ਕਿਉਂਕਿ ਹਰ PST ਜਿਹੜੀ ਹੈਗੀ ਨਾ, ਕੋਈ ਵੀ ਜਦੋਂ ਤੁਸੀਂ ਨਵਾਂ ਸੇਲਸ ਟੈਕਸ ਲੈ ਕੇ ਆਉਂਦੇ ਆ ਨਾ, ਹਰ ਪਾਰਟੀ ਡਜ਼ਨਟ ਮੈਟਰ, ਪ੍ਰਾਈਵੇਟਲੀ ਜੋ ਮਰਜ਼ੀ ਕਹਿਣ, ਪਬਲਿਕਲੀ ਕਦੀ ਐਡਮਿਟ ਨਹੀਂ ਕਰਦੀ ਵੀ ਸਾਨੂੰ ਨਵੇਂ ਟੈਕਸ ਲਾਉਣੇ ਚਾਹੀਦੇ, ਸਪੈਸ਼ਲੀ ਜਿਹੜਾ PST ਦੀ ਆਪਾਂ ਜਦੋਂ ਗੱਲ ਕਰਦੇ ਆ। ਇਹ ਰੈਫਰੈਂਡਮ ਗਵਰਨਮੈਂਟ ਇੱਕ ਆਪਣੇ ਆਪ ਨੂੰ ਕਵਰ ਕਰਨ ਦੇ ਲਈ ਨਾ ਜੀ, ਇੱਕ ਆਪਣੇ ਆਪ ਨੂੰ ਸ਼ੀਲਡ ਕਰਨ ਦੇ ਲਈ ਇੱਦਾਂ ਦੇ ਪੈਨਲਸ ਕ੍ਰੀਏਟ ਕਰ ਦਿੰਦੇ ਆ, ਰੈਫਰੈਂਡਮਸ ਕ੍ਰੀਏਟ ਕਰ ਦਿੰਦੇ ਆ ਵੀ ਯੂ ਸੈਡ ਸੋ, ਵੀ ਅਸੀਂ ਤਾਂ ਲੋਕਾਂ ਨੂੰ ਪੁੱਛਿਆ, ਮੈਜੋਰਿਟੀ ਲੋਕ ਕਹਿੰਦੇ ਆ ਵੀ ਤੁਸੀਂ ਲਾ ਦਿਓ, ਤਾਂ ਅਸੀਂ ਲਾਉਣ ਲੱਗੇ ਆ, ਆਪਣੇ ਆਪ ਨੂੰ ਸਿਰਫ ਔਰ ਸਿਰਫ ਆਪਣੇ ਆਪ ਨੂੰ ਕਵਰ ਕਰਨ ਦੇ ਲਈ, ਹਾਂ ਬਿਲਕੁਲ ਬਚਾਉਣ ਦੇ ਲਈ। ਕਿਉਂਕਿ ਹੁਣ PST ਦਾ ਲੈ ਲਓ, ਦੂਸਰਾ ਆਪਣੇ ਜੇਸਨ ਕੈਨੀ UCP ਸਰਕਾਰ ਇੱਕ ਹੋਰ ਰੈਫਰੈਂਡਮ ਕਰਾਉਣ ਲਈ ਕਹਿ ਰਹੀ ਆ, ਇਕੁਅਲਾਈਜੇਸ਼ਨ ਪੇਮੈਂਟ ਦਾ, ਵੀ ਅਸੀਂ ਆਟਵਾ ਦੇ ਨਾਲ ਅਸੀਂ ਆਰ ਵੀ ਗੈਟਿੰਗ ਅ ਫੇਅਰ ਡੀਲ। ਇਹਦੀ ਲੋੜ ਹੈਗੀ ਆ? ਕੋਈ ਲੋੜ ਨਹੀਂ ਹੈਗੀ। ਇਹ ਕਿਉਂ ਕਰ ਰਹੇ ਆ? ਕਿਉਂਕਿ ਆਪਣੇ ਆਪ ਨੂੰ ਇੱਕ ਇਹ ਕੁਸ਼ਨ ਦੇਣਾ ਚਾਹੁੰਦੇ, ਇੱਕ ਆਪਣੇ ਆਪ ਨੂੰ ਪ੍ਰੋਟੈਕਸ਼ਨ ਦੇਣੀ ਚਾਹੁੰਦੇ ਆ ਵੀ ਯੈਸ, ਵੀ ਤੁਸੀਂ ਸਾਨੂੰ ਕਿਹਾ ਵੀ ਫਾਈਟ ਕਰੋ ਆਟਵਾ ਦੇ ਲਈ, ਤੁਸੀਂ ਸਾਨੂੰ ਕਿਹਾ ਵੀ ਨਵਾਂ PST ਲਗਾ ਦਿਓ। ਜਿਹੜਾ ਬਿਗਰ ਇਸ਼ੂ ਆ ਨਾ ਜੀ, ਜਿਹੜਾ ਗਵਰਨਮੈਂਟ ਕੋਈ ਵੀ ਹੋਵੇ ਜਿਹਨੂੰ ਅੰਡਰਸਟੈਂਡ ਕਰਨ ਦੀ ਲੋੜ ਹੈਗੀ ਆ। ਕੋਈ ਅਗਰ ਮੈਨੂੰ ਪੁੱਛਦਾ ਨਾ ਜੀ ਵੀ ਜਿਹੜਾ ਆਪਣਾ ਟੈਕਸ ਸਟਰਕਚਰ ਜਿਹੜਾ ਅਲਬਰਟਾ ਦਾ, ਇਹ ਫੇਅਰ ਹੈਗਾ ਕਿ ਨਹੀਂ ਹੈਗਾ, ਦੀ ਆਂਸਰ ਇਜ਼ ਨੋ। ਹਰ ਬੰਦੇ ਨੂੰ ਪਤਾ ਵੀ ਜਿਹੜਾ ਅਲਬਰਟਾ ਦਾ ਟੈਕਸ ਸਟਰਕਚਰ ਹੈਗਾ ਨਾ ਜੀ, ਇਹਨੂੰ ਟਵੀਕ ਕੀਤਾ ਜਾ ਸਕਦਾ, ਜਿਹਦੇ ਨਾਲ ਸਾਨੂੰ 4-5 ਬਿਲੀਅਨ ਐਕਸਟਰਾ ਡਾਲਰ ਔਰ ਮੋਰ ਈਜ਼ਲੀ ਆ ਸਕਦਾ। ਜੇ ਤੁਸੀਂ ਨਾ ਜੀ ਟੈਕਸ ਬ੍ਰੈਕਟਸ, ਕਿਉਂਕਿ ਜਿਮ ਪ੍ਰੈਂਟਿਸ ਦੇ ਟਾਈਮ ਤੇ ਵੀ ਇਹਨਾਂ ਨੇ ਇੱਕ ਪੈਨਲ ਕ੍ਰੀਏਟ ਕੀਤਾ ਸੀਗਾ, ਸੇਮ ਆਈਡੀਆ ਵੀ ਤੁਸੀਂ PST ਕਰਾਉਣੀ ਆ, ਰੈਫਰੈਂਡਮ ਕਰਾ ਦਿਓ। ਉਹਨਾਂ ਨੇ ਕੀ ਕੀਤਾ, ਇੱਕ ਪੈਨਲ ਕ੍ਰੀਏਟ ਕਰ ਲਿਆ ਜਿਹੜਾ ਕਿ ਸਾਰੇ ਪ੍ਰੋਵਿੰਸ 'ਚ ਟਰੈਵਲ ਕਰ ਰਿਹਾ। ਕਿਉਂਕਿ ਕਈ ਵਾਰੀ ਕੀ ਹੁੰਦਾ, ਆਊਟਕਮ ਜਿਹੜੀ ਤੁਸੀਂ ਚਾਹੁੰਦੇ ਆ ਨਾ ਜੀ, ਉਹ ਆਲਰੇਡੀ ਤੁਸੀਂ ਕੁਐਸਚਨ ਹੀ ਉੱਦਾਂ ਪੋਜ਼ ਕਰਦੇ ਆ ਵੀ ਜਿੱਦਾਂ ਹੁਣ ਤੁਸੀਂ ਆ, ਮੈਂ ਤੁਹਾਨੂੰ ਪੁੱਛਾਂ, ਤੁਸੀਂ ਕਹੋ ਹੋਰ ਟੈਕਸ ਪੇ ਕਰਨਾ ਚਾਹੁੰਦੇ ਆ ਬਸੋਤਾ ਸਾਹਿਬ, ਤੁਹਾਡਾ ਆਨਸਰ ਹੋਣਾ no way, I don't want to pay any more taxes, ਅਸੀਂ ਤਾਂ already ਇੰਨਾ ਜ਼ਿਆਦਾ ਟੈਕਸ ਪੇ ਕਰਦੇ ਆ। ਸੋ ਤੁਸੀਂ ਕ੍ਰੀਏਟ ਕੁਐਸਚਨ ਇੱਦਾਂ ਦੇ ਕਰ ਲੈਂਦੇ ਆ ਵੀ ਜਿਹੜੀ ਐਕਚੁਅਲ ਤੁਹਾਨੂੰ ਆਊਟਕਮ ਤੁਸੀਂ ਅਚੀਵ ਕਰਨ ਦੀ ਟਰਾਈ ਕਰਦੇ ਆ, ਯੂ ਗੈਟ ਦੈਟ ਆਊਟਕਮ। ਜਸਟ ਲਾਈਕ ਵੇ ਹੁਣ ਤੁਸੀਂ ਆਹ PST ਦਾ ਕਰ ਲਓ, ਸਾਨੂੰ ਐਕਸਟਰਾ ਇਨਕਮ ਮਨੀ ਦੀ ਲੋੜ ਹੈਗੀ ਆ, ਹਾਂਜੀ, ਸ਼ੁੱਡ ਆਵਰ ਹੈਲਥ ਕੇਅਰ। ਨਰੇਸ਼, ਮੇਰਾ ਬਿਲਕੁਲ ਇਹਦੇ ਸੰਦਰਭ 'ਚ ਸਵਾਲ ਹੈ, ਤੁਸੀਂ ਐਸੋਸੀਏਟ ਮਿਨਿਸਟਰ ਰਹੇ ਹੋ ਅਲਬਰਟਾ ਦੇ, ਅਤੇ ਹੁਣ ਮੇਰਾ ਸਵਾਲ ਇਹ ਹੈ ਕਿ PST ਪਹਿਲਾਂ ਕਿਉਂ ਨਹੀਂ ਲਾਗੂ ਕੀਤੀ ਗਈ, ਜਦੋਂ ਕਿ ਦੂਜੇ ਸੂਬਿਆਂ 'ਚ ਆਲਰੇਡੀ ਕਈਆਂ 'ਚ ਲਾਗੂ ਹੈ PST, ਲੇਕਿਨ ਅਲਬਰਟਾ ਦੇ 'ਚ ਕਿਉਂ ਨਹੀਂ ਲਾਗੂ ਕੀਤੀ ਗਈ? ਕੀ ਦਿੱਕਤ ਸੀਗੀ? ਦੇਖੋ, ਇੱਕ ਟਾਈਮ ਤੇ ਅਲਬਰਟਾ ਦਾ ਜਿਹੜਾ ਰੈਵਨਿਊ ਸੀਗਾ ਨਾ ਜੀ, ਈਵਨ ਸਾਡਾ ਜਿਹੜਾ ਨੈਚੁਰਲ ਗੈਸ ਦਾ ਰੈਵਨਿਊ ਸੀਗਾ ਨਾ ਜੀ, ਦੈਟ ਵਾਸ ਇਨ ਬਿਲੀਅਨਸ ਐਂਡ ਬਿਲੀਅਨਸ ਆਫ ਡਾਲਰਸ। ਸਾਨੂੰ ਐਟ ਦਾ ਟਾਈਮ ਕੋਈ ਲੋੜ ਹੀ ਨਹੀਂ ਸੀ ਕਿਸੇ ਵੀ ਤਰ੍ਹਾਂ ਦਾ ਹੋਰ ਟੈਕਸ ਲਾਉਣ ਦੀ। ਸਾਡੇ ਸਿਰਫ ਇੱਕ ਫਲੈਟ ਟੈਕਸ ਹੁੰਦਾ ਸੀ, 10% ਟੈਕਸ ਰਾਈਟ ਅਕ੍ਰੋਸ ਦ ਬੋਰਡ। ਕੋਈ ਡਿਫਰੈਂਟ ਟੈਕਸ ਬ੍ਰੈਕਟਾਂ ਦੀ ਲੋੜ ਹੀ ਨਹੀਂ ਸੀ, ਕਿਉਂਕਿ ਇੱਥੇ ਅੰਨ੍ਹੇਵਾਹ ਰੈਵਨਿਊ ਆਈ ਜਾਂਦਾ ਸੀ ਨੈਚੁਰਲ ਰਿਸੋਰਸਿਸ ਦੇ ਵਿੱਚੋਂ। ਆਇਲ ਐਂਡ ਗੈਸ ਦੇ ਵਿੱਚੋਂ ਇੰਨਾ ਜ਼ਿਆਦਾ ਰੈਵਨਿਊ ਆਉਂਦਾ ਸੀਗਾ ਵੀ ਲੱਗਦਾ ਸੀ ਵੀ ਕਦੀ ਫਿਨਿਸ਼ ਹੀ ਨਹੀਂ ਹੋਣਾ। ਇਹ ਇੰਨਾ ਜ਼ਿਆਦਾ ਸੀਗਾ ਵੀ ਤੁਸੀਂ ਦੋਨਾਂ ਹੱਥਾਂ ਨਾਲ $400 ਰਾਫ ਕਲਾਏ ਨੇ ਲੋਕਾਂ ਨੂੰ ਚੈੱਕ ਭੇਜ ਦਿੱਤੇ ਘਰੋਂ ਘਰੀ, ਰਾਈਟ। ਮੇਰਾ ਖਿਆਲ ਓਵਰ $1 ਬਿਲੀਅਨ ਇੱਦਾਂ ਹੀ ਇਹਨਾਂ ਨੇ ਖਰਚ ਦਿੱਤਾ, ਕਿਉਂਕਿ ਐਟ ਦ ਟਾਈਮ ਇਹਨਾਂ ਨੂੰ ਲੱਗਦਾ ਸੀਗਾ ਵੀ ਇਹਨਾਂ ਨੂੰ ਲੋੜ ਹੀ ਨਹੀਂ ਹੈਗੀ। ਹੁਣ ਅਗਰ ਤੁਸੀਂ ਰਿਪੋਰਟ ਆਫਟਰ ਰਿਪੋਰਟ ਪੜ੍ਹਦੇ ਹੋ ਨਾ ਜੀ, ਕਾਫੀ ਸਾਲਾਂ ਤੋਂ, ਈਵਨ 2008-9 ਤੋਂ ਲੈ ਕੇ ਜਿਹੜੀ ਸਾਡਾ ਜਿਹੜਾ ਰਿਸੋਰਸ ਰੈਵਨਿਊ ਹੈ ਨਾ ਜੀ, ਡੇ ਬਾਈ ਡੇ, ਈਅਰ ਬਾਈ ਈਅਰ ਇਹ ਸ਼ਰਿੰਕ ਹੁੰਦਾ ਜਾ ਰਿਹਾ। ਕਿਉਂਕਿ ਸਾਡੀ ਜਿਹੜੀ ਡੈਟ ਕਿਉਂ ਵੱਧਦੀ ਜਾ ਰਹੀ ਹੈ? ਡੈਟ ਵੱਧਦੀ ਜਾ ਰਹੀ ਹੈ ਕਿਉਂਕਿ ਸਾਡਾ ਜਿਹੜਾ ਆਪਰੇਟਿੰਗ ਬਜਟ ਆ ਉਹ ਬੈਲੈਂਸ ਹੀ ਨਹੀਂ ਹੁੰਦਾ। ਆਪਰੇਟਿੰਗ ਬਜਟ ਬੈਲੈਂਸ ਤਾਂ ਨਹੀਂ ਹੁੰਦਾ ਕਿਉਂਕਿ ਜਿਹਨੂੰ ਅਸੀਂ ਰੈਵਨਿਊ ਫੋਰਕਾਸਟ ਕਰਦੇ ਹਾਂ ਬੇਸਡ ਔਨ ਬੈਸਟ ਗੈਸਸ ਔਰ ਵਾਟ ਐਵਰ ਤੁਸੀਂ ਇਨਫੋਰਮੇਸ਼ਨ ਯੂਜ਼ ਕਰਦੇ ਆ, ਉਹਦੇ ਨਾਲ
there's always a shortfall, ਕਿਉਂਕਿ ਜਦੋਂ ਤੁਸੀਂ ਰਿਸੋਰਸ ਰੈਵਨਿਊ ਤੋਂ ਇੰਨਾ ਜ਼ਿਆਦਾ ਰਿਲਾਈ ਕਰਦੇ ਆ ਵੀ ਇੰਨੇ ਬਿਲੀਅਨ ਡਾਲਰ ਸਾਨੂੰ ਰਿਸੋਰਸ ਰੈਵਨਿਊ ਤੋਂ ਆਉਣਾ, ਕਿਉਂਕਿ ਪ੍ਰਾਈਸ ਆਫ ਆਇਲ ਜਿਹੜੀ ਆ ਅਸੀਂ ਤਾਂ ਕੰਟਰੋਲ ਕਰਦੇ ਨਹੀਂ, ਇਟਸ ਅ ਕਮੋਡਿਟੀ ਸੈਟ ਔਨ ਵਰਲਡ ਪ੍ਰਾਈਸ। ਵਰਲਡ ਦੀ ਪ੍ਰਾਈਸ ਜਦੋਂ ਡਿੱਗ ਪਈ ਤੇ ਤੁਹਾਡਾ ਉਹਦੇ ਕੋਲ ਕੰਟਰੋਲ ਹੀ ਹੈ ਨਹੀਂ। ਜਿਹੜੇ ਚੀਜ਼ਾਂ ਤੇ ਸਾਡਾ ਕੰਟਰੋਲ ਹੈਗਾ ਵੀ ਜੇ ਸਾਡੇ 3 ਪੁਆਇੰਟ ਕੁਛ ਮਿਲੀਅਨ ਅਲਬਰਟਨ 'ਚ ਕੰਮ ਕਰ ਰਹੇ ਆ, ਉਹ ਟੈਕਸ ਪੇ ਕਰ ਰਹੇ ਆ, ਸਾਨੂੰ ਪੱਕਾ ਪਤਾ ਵੀ ਇੰਨਾ ਸਾਨੂੰ ਇਹਨਾਂ ਦੇ ਉੱਤੋਂ ਰੈਵਨਿਊ ਆਉਣਾ ਹੀ ਆਉਣਾ। ਜਿਹੜੀ ਸਾਡੀ ਲੋਕਲ ਅਦਰ ਦੈਨ ਰਿਸੋਰਸ ਇੰਡਸਟਰੀ ਹੈਗੀ ਆ, ਹੁਣ ਪਿਛਲੇ ਤੋਂ ਪਿਛਲੇ ਸਾਲ ਜਿਹੜਾ ਗੇਮਿੰਗ ਰੈਵਨਿਊ ਸੀਗਾ ਉਹ ਮੋਰ ਦੈਨ $1 ਬਿਲੀਅਨ ਸੀ। ਰਿਸੋਰਸ ਰੈਵਨਿਊ ਨੂੰ ਜ਼ਿਆਦਾ ਰੈਵਨਿਊ ਸੀਗਾ ਗੈਂਬਲਿੰਗ ਦਾ। ਸੋ ਜਿਹੜੇ ਇਦਾਂ ਜਿਹੜਾ ਇੱਕ ਸਟੱਡੀ ਜਿਹੜੀ ਸਟਰੀਮ ਹੈ ਨਾ ਜੀ, ਜੇ ਤੁਸੀਂ ਹਾਰਮੋਨਾਈਜ਼ਡ ਸੇਲ ਟੈਕਸ ਕਹਿੰਦੇ ਆ, PST ਕਹਿ ਲਓ, ਹਾਰਮੋਨਾਈਜ਼ਡ ਸੇਲਸ ਟੈਕਸ ਕਹਿ ਲਓ, ਇਹਦੀ ਇੱਕ ਸਿਰਫ ਔਰ ਸਿਰਫ ਇਹਦਾ ਇੱਕੋ ਹੀ ਆ ਵੀ ਇੱਕ ਜਿਹੜਾ ਹੈਗਾ ਇੱਕ ਸਟੱਡੀ ਸਟਰੀਮ ਜਿਹੜੀ ਤੁਹਾਨੂੰ ਰੈਵਨਿਊ ਆ। ਜੇ ਸਾਡਾ ਬਜਟ 40 ਬਿਲੀਅਨ ਦਾ ਹੈਗਾ ਤੇ ਸਾਡੇ ਕੋਲ 40 ਬਿਲੀਅਨ ਆ ਰਿਹਾ ਵਿਦਆਊਟ ਹੈਵਲੀ ਰਿਲਾਈਂਗ ਔਨ ਅਦਰ ਰਿਸੋਰਸ ਰੈਵਨਿਊਜ਼। ਇਹ ਹੈਗਾ, ਇਹ ਕਰਨ ਦੀ ਲੋੜ ਹੈ ਜੀ। ਹੁਣ ਜਿਸ ਤਰ੍ਹਾਂ ਤੁਸੀਂ ਦੱਸਿਆ ਹੈ, ਪਹਿਲਾਂ ਲੋੜ ਨਹੀਂ ਪਈ ਹੈ, ਇਸ ਕਰਕੇ PST ਨਹੀਂ ਲਾਗੂ ਕੀਤਾ ਗਿਆ। ਹੁਣ ਜਿਹੜੀ ਆਇਲ ਦੀ ਕੀਮਤ ਇੰਟਰਨੈਸ਼ਨਲ ਲੈਵਲ 'ਤੇ ਡਾਊਨ ਹੋਈ ਹੈ, ਜਿਹੜਾ ਵੱਡਾ ਸੋਰਸ ਸੀ ਰੈਵਨਿਊ ਦਾ ਅਲਬਰਟਾ ਦਾ, ਉਹ ਸਾਰਾ ਡਗਮਗਾ ਗਿਆ ਹੈਗਾ। ਅਤੇ ਇਸ ਨੂੰ ਲੈ ਕੇ ਹੁਣ ਜੋ ਸਥਿਤੀ ਬਣੀ ਹੋਈ ਹੈ, ਇਸ ਵਿੱਚ ਕੋਈ ਸ਼ੱਕ ਨਹੀਂ ਲੋਕੀ ਸਾਰੇ ਆਰਥਿਕ ਸੰਕਟ ਹੇਠ ਨੇ। ਤੁਹਾਡੇ ਅਨੁਸਾਰ ਸਰਕਾਰ ਕਦੋਂ PST ਇੰਟਰੋਡਿਊਸ ਕਰ ਸਕਦੀ ਹੈ? ਸੂਨਰ ਔਰ ਲੇਟਰ ਕਰਨਾ ਹੀ ਕਰਨਾ ਇਹਨਾਂ ਨੇ, ਜੋ ਲੱਗ ਰਿਹਾ ਮੈਨੂੰ। ਤੇ ਤੁਹਾਡਾ ਕੀ ਨਜ਼ਰੀਆ? ਦੇਖੋ, ਨਜ਼ਰੀਆ ਇਹ ਆ ਜੀ, ਉਹਨਾਂ ਨੇ ਪਹਿਲਾਂ ਤਾਂ ਇਹ ਰੌਲੀ ਪਾਉਣੀ ਆ ਜੋ ਕਿ ਉਹ ਕਰ ਰਹੀ ਆ। ਐਕਚੁਅਲੀ UCP ਸਰਕਾਰ ਜਿਹੜੀ ਆ, ਹੁਣ ਤੁਸੀਂ ਦੇਖਿਆ ਹੋਣਾ ਵੀ ਡਾਕਟਰਸ ਦੇ ਨਾਲ ਇਹਨਾਂ ਨੇ ਵਧੀਆ ਜੋ ਇਹ ਚਾਹੁੰਦੇ ਸੀਗੇ ਪੈਚਅਪ ਹੋ ਗਿਆ, ਔਰ ਜੋ ਇਹ ਕੰਟਰੈਕਟ ਦੇ ਵਿੱਚ ਚਾਹੁੰਦੇ ਸੀਗੇ ਇਹਨਾਂ ਨੇ ਕਰ ਲਿਆ। ਸੈਕੰਡ, ਇਹਨਾਂ ਦਾ ਸਟੈਪ ਆਲਰੇਡੀ ਇਹਨਾਂ ਨੇ ਨੋਟਿਸ ਭੇਜ ਦਿੱਤਾ ਪਬਲਿਕ ਸੈਕਟਰ ਯੂਨੀਅਨਸ ਨੂੰ। ਅਗਰ ਇਹਨਾਂ ਦੀ ਜਦੋਂ ਸਪੈਂਡਿੰਗ ਅੰਡਰ ਕੰਟਰੋਲ ਆ ਜਾਂਦੀ ਆ ਜੀ, ਕਾਲ ਇਟ whatever percentage, 10% ਕਹਿ ਲਓ, 5 ਕਹਿ ਲਓ, ਜੋ ਵੀ ਕਹਿਣਾ ਤੁਸੀਂ ਕਹਿ ਲਓ, ਰਾਈਟ, ਵੀ ਅਸੀਂ ਓਵਰਪੇ ਕਰ ਰਹੇ ਹਾਂ ਜਿਹੜੀਆਂ ਬਾਕੀ ਸਿਮਿਲਰ ਸਾਈਜ਼ ਪ੍ਰੋਵਿੰਸਿਸ ਦੇ ਉੱਤੋਂ। ਜਦੋਂ ਉਹ ਅੰਡਰ ਕੰਟਰੋਲ ਆ ਗਈਆਂ ਨਾ ਜੀ, ਫਿਰ ਕਿਉਂਕਿ ਅਗਰ ਅਸੀਂ ਕਹੀਏ ਵੀ ਸਾਨੂੰ ਪਤਾ ਨਹੀਂ, ਜੇ ਸਾਨੂੰ ਪਤਾ ਵੀ ਅਸੀਂ 15% ਜ਼ਿਆਦਾ ਪੇ ਕਰ ਰਹੇ ਹਾਂ ਪਬਲਿਕ ਸੈਕਟਰਸ ਨੂੰ, ਉਹ 15% ਕਰ ਗਿਆ, ਹੱਲੇ ਵੀ ਸ਼ੋਰਟਫਾਲ ਹੈਗੀ ਆ। ਜੇ ਤੁਹਾਨੂੰ ਲੱਗਦਾ ਵੀ ਇਹਨਾਂ ਨੂੰ ਨਹੀਂ ਪਤਾ, then you're wrong। ਇਹਨਾਂ ਨੂੰ ਐਬਸੋਲੂਟਲੀ ਪਤਾ ਵੀ ਇਹ ਸਾਰੀਆਂ ਐਡਜਸਟਮੈਂਟਸ ਕਰਨ ਤੋਂ ਬਾਅਦ ਸਾਡੇ ਕੋਲ ਇੰਨੀ ਸਟਿਲ ਸ਼ੋਰਟਫਾਲ ਹੋਣੀ ਆ। ਕੁਐਸਚਨ ਤੁਹਾਡਾ ਵੀ ਇਹ ਕਿਉਂ ਨਹੀਂ ਸਰਕਾਰ ਅੱਜ ਦੀ ਡੇਟ ਦੇ ਵਿੱਚ ਟੈਕਸ ਲਾਉਣਾ ਚਾਹੁੰਦੀ? ਕਿਉਂਕਿ ਇੱਕ ਤਾਂ ਇਹ ਜਿਹੜੀ ਆਪਣੀ ਕੋਵਿਡ ਦਾ ਇੰਨੀ ਮਹਾਮਾਰੀ ਚੱਲ ਰਹੀ ਆ, ਹਰ ਜਿਹੜਾ ਬਿਜ਼ਨਸ ਆ, ਹਰ ਜਿਹੜਾ ਕੋਈ ਵਰਕਰ ਹੈਗਾ, EMPLOYEES ਹੈਗੇ ਆ, ਸਾਰੇ ਵਿਚਾਰੇ ਸਫਰ ਕਰ ਰਹੇ ਆ। ਇਸ ਵੇਲੇ ਤਾਂ ਉਦਾਂ ਹੀ ਇਹ PST ਤਾਂ ਉਦਾਂ ਹੀ ਇਹਨਾਂ ਦੇ ਟੈਕਸ ਜਿਹੜੇ ਸੁਸਾਈਡ ਹੁੰਦੇ ਆ। ਪਰ ਅਗਰ ਤੁਸੀਂ ਇਹਨੂੰ ਰੈਫਰੈਂਡਮ ਕਰਾਓਗੇ ਨਾ ਜੀ, ਲੈਟਸ ਥਰੋ ਇਟ ਆਊਟ ਦੇਅਰ, ਇਹ ਇੱਕ ਨਵੀਂ ਪਾਰਟੀ ਕਰ ਲਓ, ਫਾਰਮ ਕਰ ਲਓ, ਐਂਡ ਆਈ ਬੀ ਵਿਲਿੰਗ ਟੂ ਬੈਟ ਯੂ 15% ਤੋਂ ਜ਼ਿਆਦਾ ਲੋਕ ਜਿਹੜੇ ਹੈਗੇ ਆ, ਇੰਨੀ ਕੀ ਹੋਣੀ ਪਰਸੈਂਟੇਜ, ਜਿਹੜੇ ਕਹਿ ਦੇਣਗੇ 15 ਤੋਂ 20% ਕਹਿ ਦੇਣਗੇ ਵੀ ਲਾ ਦਿਓ PST, ਇੰਨੇ ਕੀ ਹੋਣੇ, ਇਹ ਤੋਂ ਜ਼ਿਆਦਾ ਨਹੀਂ ਹੋਣੇ। ਪਰ ਜਿਹੜੇ ਬਾਕੀ 85% ਰਹਿ ਗਏ ਨਾ ਜੀ, ਉਹਨਾਂ ਨੇ ਨਹੀਂ ਕਰਨਾ। ਸੋ ਅਗਰ ਗਵਰਨਮੈਂਟ ਕਹੇ ਵੀ ਚਲੋ ਜੀ ਇੱਕ ਨਵੀਂ ਪਾਰਟੀ ਕ੍ਰੀਏਟ ਕਰ ਦਿਓ, ਪ੍ਰਪੋਰਸ਼ਨਲ ਰੈਪਰੈਜ਼ੈਂਟੇਸ਼ਨ ਲੈ ਆਓ, 15% MLAs ਉਹਨਾਂ ਦੇ ਹੋ ਜਾਣਗੇ, ਓਕੇ, ਦੈਨ ਗੋ ਐਡ। ਪਰ ਅੱਜ ਦੀ ਡੇਟ ਦੇ ਵਿੱਚ ਕਿਸੇ ਸਰਕਾਰ ਨੇ ਇਹ ਲੈ ਕੇ ਨਹੀਂ ਆਉਣਾ, ਭਾਵੇਂ NDP ਹੋਵੇ, ਪ੍ਰਾਈਵੇਟਲੀ ਉਹ ਵੀ ਕਹਿਣਗੇ ਸੇਮ, ਪਬਲਿਕਲੀ ਜੋ ਮਰਜ਼ੀ ਉਹ ਕਹੀ ਜਾਣ। ਉਹਨਾਂ ਦੇ ਦਿਮਾਗ ਦੇ ਵਿੱਚ ਵੀ ਇਹ ਆ, ਕਿਉਂਕਿ ਜਿਹੜਾ ਸਰਕਾਰ ਹੈ ਜੀ ਓਬਵੀਅਸਲੀ ਚਾਹੁੰਦੀ ਰੀਇਲੈਕਟ ਹੋਣਾ। ਕਿਸੇ ਟਾਈਮ ਤੇ ਇਹਨਾਂ ਨੂੰ ਇੱਦਾਂ ਦੇ ਕੋਈ, ਦੇਖੋ ਜ਼ਰੂਰੀ ਨਹੀਂ ਹੈਗਾ ਵੀ PST ਲੈ ਕੇ ਆਓ। ਜਿਹੜਾ ਹੋਰ ਅਲਟਰਨੇਟਿਵ ਕੀ ਹੈਗਾ ਵੀ ਜਿਹੜੇ ਹਾਇਰ ਜਿਹੜੇ ਟੈਕਸ ਬ੍ਰੈਕਟ ਵਾਲੇ ਜਨਤਾ ਜਿਹੜੀ ਹੈਗੀ ਆ, ਉਹਨਾਂ ਨੂੰ ਤੁਸੀਂ ਉਹਨਾਂ ਦੀ ਬ੍ਰੈਕਟ ਕਰ ਦਿਓ, ਉੱਥੋਂ ਰੈਵਨਿਊ ਜਨਰੇਟ ਹੋ ਸਕਦਾ। ਜਿਹੜੀਆਂ ਤੁਹਾਡੇ ਟੈਕਸ ਐਗਜ਼ੈਂਪਸ਼ਨਸ ਹੈਗੀਆਂ, ਜਿੱਥੇ 16,000 ਦੇ ਲਾਉਣੇ ਆ, 20,000 ਤੇ ਉਹਨਾਂ ਨੂੰ ਚੇਂਜ ਕਰ ਦਿਓ, ਰਾਈਟ। ਸੋ देयर आर अदर ways to generate revenue other than just PST। ਜੀ, ਸੋ ਮੁੱਖ ਦੀ ਗੱਲ ਇਹ ਹੈ ਕਿ ਲੋਕ ਰੋਹ ਦਾ ਸਾਹਮਣਾ ਕਰਨ ਦੇ ਲਈ ਕੋਈ ਵੀ ਸਰਕਾਰ ਤਿਆਰ ਨਹੀਂ ਹੈ, ਕੋਈ ਵੀ ਪੋਲੀਟੀਕਲ ਪਾਰਟੀ ਤਿਆਰ ਨਹੀਂ ਹੈ, ਚਾਹੇ NDP ਹੋਵੇ, ਚਾਹੇ UCP ਹੋਵੇ, ਚਾਹੇ ਕੋਈ ਹੋਰ ਸਿਆਸੀ ਪਾਰਟੀ ਹੋਵੇ। ਇਸੇ ਕਾਰਨ ਇਹ ਜੋਖਮ ਉਠਾਉਣ ਨੂੰ ਤਿਆਰ ਨਹੀਂ, ਅੱਗੇ ਤੋਂ ਅੱਗੇ ਇਹ ਪੋਸਟਪੋਨ ਕਰ ਰਹੀਆਂ ਨੇ ਜੀ। ਸੋ ਪਰ ਇੱਕ ਗੱਲ ਹੈ ਜੀ ਕੁਇਕਲੀ, ਜਦੋਂ ਬ੍ਰਾਇਨ ਮਰੂਨੀ ਸੀਗਾ 7% GST ਬ੍ਰਾਇਨ ਮਰੂਨੀ ਨੇ ਲੈ ਕੇ ਆਂਦੀ ਸੀਗੀ, ਜਿਹੜਾ ਕਿ ਕੰਜ਼ਰਵੇਟਿਵ ਪ੍ਰਾਈਮ ਮਿਨਿਸਟਰ ਸੀਗਾ ਐਟ ਦ ਟਾਈਮ। ਸੋ ਇਹ ਨਹੀਂ ਹੈਗਾ ਕਿ ਉਹ ਕੰਜ਼ਰਵੇਟਿਵ ਸਰਕਾਰਾਂ ਲਾਉਂਦੀਆਂ ਨਹੀਂ GST, ਉਹਨਾਂ ਨੇ ਹੀ 7% ਟੈਕਸ ਲਾਇਆ ਸੀ ਜੀ। ਸੋ ਹੁਣ ਕਮਰਸ਼ੀਅਲ ਬ੍ਰੇਕ ਲੈਂਦੇ ਹਾਂ, ਵਾਪਸ ਆਉਂਦੇ ਹਾਂ ਅਗਲੇ ਸੈਗਮੈਂਟ 'ਚ ਨਵੇਂ ਟੌਪਿਕ ਦੇ ਨਾਲ ਵਿਚਾਰ ਚਰਚਾ ਲਈ।
ਗੱਲਬਾਤ ਚੱਲ ਰਹੀ ਹੈ ਨਰੇਸ਼ ਭਾਰਤਵਾਜ ਨਾਲ, ਜੋ ਵੱਖ-ਵੱਖ ਟੌਪਿਕਸ ਦੇ ਬਾਰੇ ਵਿਚਾਰ ਚਰਚਾ ਕਰ ਰਹੇ ਨੇ ਸਾਡੇ ਨਾਲ। ਨਰੇਸ਼ ਜੀ, ਹੁਣ ਗੱਲ ਕਰਦੇ ਹਾਂ ਹਾਲ ਹੀ ਦੇ ਵਿੱਚ ਜੋ ਅਲਬਰਟਾ ਸਰਕਾਰ ਵੱਲੋਂ ਬਜਟ ਰਿਲੀਜ਼ ਕੀਤਾ ਗਿਆ ਹੈ। ਵੈਸੇ ਤਾਂ ਬਹੁਤ ਕੁਛ ਹੈ ਇਸ ਦੇ ਬਾਰੇ ਵਿਚਾਰ ਚਰਚਾ ਕਰਨ ਲਈ, ਅਸੀਂ ਪਿਛਲੇ ਜਿਸ ਦਿਨ ਤੋਂ ਰਿਲੀਜ਼ ਹੋਇਆ ਉਸ ਦਿਨ ਤੋਂ ਵਿਚਾਰ ਚਰਚਾ ਕਰਦੇ ਆ ਰਹੇ ਹਾਂ, ਪਰ ਅੱਜ ਜੋ ਪੁਆਇੰਟ ਨੂੰ ਲੈ ਕੇ ਤੁਹਾਡੇ ਮੈਂ ਵਿਚਾਰ ਜਾਣਨਾ ਚਾਹਾਂਗਾ ਉਹ ਇਹ ਹੈ ਕਿ ਅਲਬਰਟਾ ਸਰਕਾਰ ਦੇ ਵੱਲੋਂ ਪਬਲਿਕ ਸਕੂਲਾਂ ਦੀ ਫੰਡਿੰਗ ਘਟਾ ਦਿੱਤੀ ਗਈ ਹੈ, ਪ੍ਰਾਈਵੇਟ ਸਕੂਲਾਂ ਦੀ ਫੰਡਿੰਗ ਵਧਾ ਦਿੱਤੀ ਹੈ। ਅਜਿਹਾ ਕਿਉਂ, ਜਦੋਂ ਕਿ ਪ੍ਰਾਈਵੇਟ ਸਕੂਲਾਂ ਦੀ ਸਟਰੈਂਥ ਇੰਨੀ ਹੈ ਨਹੀਂ ਜਿੰਨੀ ਪਬਲਿਕ ਸਕੂਲਾਂ 'ਚ ਹੈ ਜੀ? ਦੇਖੋ, ਜਿਹੜਾ ਅਲਬਰਟਾ ਨਾ ਜੀ, ਇਹ ਜਿਹੜੇ ਅਲਬਰਟਾ 'ਚ ਜਿਹੜੀ ਐਜੂਕੇਸ਼ਨ ਹੈ ਨਾ ਜੀ, ਇਟ ਇਜ਼ ਐਜੂਕੇਸ਼ਨ ਆਫ ਚੋਇਸ। ਅਗਰ ਤੁਸੀਂ ਆਪਣੇ ਬੱਚੇ ਨੂੰ ਪ੍ਰਾਈਵੇਟ ਸਕੂਲ 'ਚ ਭੇਜਣਾ ਚਾਹੁੰਦੇ ਆ, ਰਿਲੀਜੀਅਸ ਸਕੂਲ ਦੇ ਵਿੱਚ ਭੇਜਣਾ ਚਾਹੁੰਦੇ ਆ, ਪਬਲਿਕ ਸਕੂਲ ਦੇ ਵਿੱਚ ਭੇਜਣਾ ਚਾਹੁੰਦੇ ਆ, you have a choice। ਜਿਹੜਾ ਡਿਫਰੈਂਸ ਕੀ ਹੈਗਾ ਜੀ, ਜਿਹੜਾ ਪਬਲਿਕ ਸਕੂਲ, ਜਿਹੜਾ ਪ੍ਰਾਈਵੇਟ ਸਕੂਲਸ ਹੈਗੇ ਆ ਨਾ ਜੀ, ਇਹਨਾਂ ਦੀ ਐਡਡ ਅਕਾਊਂਟੇਬਿਲਿਟੀ ਦੇ ਨਾਲ 70% ਜਿਹੜੀ ਹੈਗੀ ਆ ਇਹਨਾਂ ਨੂੰ ਫੰਡਿੰਗ ਮਿਲਦੀ ਆ, ਐਜ਼ ਅਪੋਜ਼ ਟੂ 100% ਫੰਡਿੰਗ ਫॉर ਕਾਲ ਇਟ ਦ ਪਬਲਿਕ ਐਜੂਕੇਸ਼ਨ। ਕਿਉਂਕਿ ਜੇ ਆਪਾਂ ਕਹੀਏ ਪ੍ਰਾਈਵੇਟ ਐਜੂਕੇਸ਼ਨ, ਇਹਦਾ they still get 70% ਜਿਹਦੇ ਇਹਨਾਂ ਦੀ ਫੰਡਿੰਗ ਹੈ ਨਾ ਜੀ, ਇਟ ਸਟਿਲ ਪਬਲਿਕ ਕਾਫਰਸ ਦੇ ਵਿੱਚ ਆਉਂਦੀ ਆ। ਜਿਹੜਾ ਬਾਕੀ ਰਿਮੇਨਿੰਗ ਜਿਹੜੀ ਹੈਗੀ ਆ, ਉਹ ਲੋਕ ਜਿਹੜੀ ਐਡੀਸ਼ਨਲ ਫੀਸ ਦੇ ਥਰੂ ਪੇ ਕਰਦੇ ਆ। ਡਿਪੈਂਡ ਕਰਦਾ ਤੁਸੀਂ ਕਿਹੜੇ ਸਕੂਲ ਦੇ ਵਿੱਚ ਜਾਂਦੇ ਆ ਤੇ ਤੁਹਾਡੀਆਂ ਜਿਹੜੀਆਂ ਫੀਸ ਹੈਗੀਆਂ ਅਕੋਰਡਿੰਗਲੀ ਇਹਨਾਂ ਦੀ ਫੰਡਿੰਗ ਕਿਉਂ ਵੱਧ ਰਹੀ ਆ। ਕਿਉਂਕਿ ਆਈ ਥਿੰਕ ਜਿਹੜੀ UCP ਸਰਕਾਰ ਆ, ਇਹ ਫੰਡਾਮੈਂਟਲੀ ਬਿਲੀਵ ਕਰਦੀ ਆ ਬਈ ਜਿਹੜੇ ਪ੍ਰਾਈਵੇਟ ਸਕੂਲਸ ਹੈਗੀ ਆ, ਇਹਨਾਂ ਦਾ ਇੱਕ ਅਲਬਰਟਾ ਕਰਿਕੂਲਮ ਦੇ ਵਿੱਚ, ਅਲਬਰਟਾ ਐਜੂਕੇਸ਼ਨ ਦੇ ਵਿੱਚ ਇਹਨਾਂ ਦੇ ਇੱਕ ਵਧੀਆ ਇਹਨਾਂ ਦਾ ਇੱਕ ਪਲੇਸ ਹੈਗਾ। ਅਗਰ ਆਪਾਂ ਕਹੀਏ ਵੀ ਪਬਲਿਕ ਸਕੂਲਾਂ ਦੀ ਫੰਡਿੰਗ ਇਹਨਾਂ ਨੇ ਆਊਟਰਾਈਟ ਕੱਟ ਕਰ ਦਿੱਤੀ ਆ, ਆਈ ਡੋਂਟ ਥਿੰਕ ਦੈਟ ਇਜ਼ ਦ ਕੇਸ। ਇਹਨਾਂ ਨੇ ਉਹ ਫੰਡਿੰਗ ਮੇਨਟੇਨ ਕਰ ਰਹੇ ਆ। ਕਹਿ ਕਿਉਂ ਰਹੇ ਆ ਵੀ ਫੰਡਿੰਗ ਘੱਟ ਜਾ ਰਹੀ ਆ? ਕਿਉਂਕਿ ਜਿਹੜਾ ਕੁਰਿਕੂਲਮ, ਜਿਹੜੀ ਪਾਪੂਲੇਸ਼ਨ ਹੈਗੀ ਆ ਬੱਚਿਆਂ ਦੀ, ਉਹ ਵੱਧਦੀ ਜਾ ਰਹੀ ਆ। ਅਗਰ ਤੁਸੀਂ $20 ਬਿਲੀਅਨ ਜਾਂ $20 ਮਿਲੀਅਨ ਦਾ, ਮੈਂ ਉਹਦੇ ਨੰਬਰ ਯੂਜ਼ ਕਰ ਰਿਹਾ, ਅਗਰ ਤੁਹਾਨੂੰ $20 ਮਿਲੀਅਨ ਪਹਿਲਾਂ ਮਿਲ ਰਿਹਾ ਸੀ, 20 ਹੁਣ ਮਿਲ ਰਿਹਾ, ਪਰ ਤੁਹਾਡੇ ਬੱਚੇ ਜ਼ਿਆਦਾ ਇਨਕਰੀਜ਼ ਹੋ ਗਏ ਆ। ਇਨ ਐਕਚੁਅਲ ਰਿਐਲਿਟੀ ਦੈਟਸ ਅ ਡੀਕਰੀਜ਼, ਕਿਉਂਕਿ ਇਹਨਾਂ ਨੇ ਹੁਣ ਨਵੇਂ ਕਈ ਕੁਰਿਕੂਲਮ ਇੰਪਲੀਮੈਂਟਸ ਕਰ ਰਹੇ ਆ, ਪ੍ਰੋਫੈਸ਼ਨਲ ਡਿਵੈਲਪਮੈਂਟਸ ਹੈਗੀਆਂ ਜਿਨ੍ਹਾਂ ਦੇ ਲਈ ਕੋਈ ਸਪੈਸੀਫਿਕ ਮਨੀ ਜਿਹੜੀ ਇਹਨਾਂ ਨੂੰ ਲੱਗ ਰਿਹਾ ਵੀ ਨਹੀਂ ਈਅਰ ਮਾਰਕ ਕੀਤੀ। ਸੋ ਤਾਂ ਸਾਹਿਬ, ਜਿਹੜੀ ਸਾਰਿਆਂ ਨਾਲੋਂ ਵੱਡੀ ਜਿਹੜੀ ਅਲਬਰਟਾ ਦੇ ਵਿੱਚ ਸਾਨੂੰ ਚੈਲੰਜ ਹੈਗਾ ਨਾ ਜੀ, ਕਿਉਂਕਿ ਡੀਸੈਂਟਰਲਾਈਜ਼ਡ ਬਜਟਿੰਗ ਹੈਗੀ ਆ, ਡੀਸੈਂਟਰਲਾਈਜ਼ਡ ਬਜਟਿੰਗ ਹੈਗੀ ਆ, which means ਵੀ ਹਰ ਸਕੂਲ ਨੂੰ ਬੇਸਡ ਔਨ ਦਾ ਹੈਡ ਕਾਊਂਟ ਉਹਨਾਂ ਨੂੰ ਮਨੀ ਮਿਲ ਜਾਂਦੀ ਹੈ। ਉਹ ਕਿੱਦਾਂ ਯੂਜ਼ ਕਰਦੇ ਆ, ਇਟ ਇਜ਼ ਅਪ ਟੂ them। ਸੋ ਦੈਟਸ ਦ ਰੀਜ਼ਨ, ਕਿਉਂਕਿ ਇਹ ਬਿਲੀਵ ਕਰਦੇ ਆ ਇਸ ਪ੍ਰਾਈਵੇਟ ਐਜੂਕੇਸ਼ਨ। ਸੋ ਨਰੇਸ਼ ਜੀ, ਬਹੁਤ ਬਹੁਤ ਧੰਨਵਾਦ ਪ੍ਰੋਗਰਾਮ ਸ਼ਾਮਲ ਹੋਣ ਲਈ ਸਰ। ਥੈਂਕ ਯੂ। ਸੋ ਦੋਸਤੋ, ਇਹ ਸਨ ਨਰੇਸ਼ ਭਾਰਤਵਾਜ ਜੀ, ਜੋ ਵੱਖ-ਵੱਖ ਟੌਪਿਕਸ ਦੇ ਬਾਰੇ ਵਿਚਾਰ ਚਰਚਾ ਕਰ ਰਹੇ ਸੀ। TV ਦਾ ਪ੍ਰੋਗਰਾਮ ਤਾਂ ਇੱਥੇ ਹੀ ਸਮਾਪਤ ਕਰਦੇ ਹਾਂ, ਲੇਕਿਨ ਰੇਡੀਓ ਦਾ ਪ੍ਰੋਗਰਾਮ ਮੇਰੇ ਵੱਲੋਂ ਰਾਤ ਦੇ 10 ਵਜੇ ਤੱਕ ਜਾਰੀ ਰਹੇਗਾ। ਅੱਜ ਬ੍ਰਿਜ ਮੋਹਨ ਦੇ ਨਾਲ ਵਿਦਿਆਰਥੀਆਂ ਦੇ ਸੰਬੰਧੀ ਕੀ ਕਾਨੂੰਨ ਹੈ, ਉਸ ਦੇ ਬਾਰੇ ਗੱਲਬਾਤ ਹੋਗੀ। ਉਸ ਤੋਂ ਬਾਅਦ ਓਪਨ ਲਾਈਨ ਟਾਕ ਸ਼ੋ ਵੀ ਹੋਵੇਗਾ।